ਮੈਂ ਇਸ ਅਨੁਕੂਲ ਅਤੇ ਅਸੰਗਤ ਨਿਰੀਖਣਯੋਗਾਂ ਤੇ ਜਾਂਦਾ ਹਾਂ। ਜਿਵੇਂ ਕਿ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ, ਅਨੁਕੂਲ ਨਿਰੀਖਣਯੋਗਾਂ ਦੇ ਆਪਰੇਟਰ ਕਮਿਊਟੇਟਰ A, B 0 ਦੇ ਬਰਾਬਰ ਨੂੰ ਸੰਤੁਸ਼ਟ ਕਰਦੇ ਹਨ। A, B ਦੇ C ਹੋਣ ਨਾਲ ਅਨੁਕੂਲ ਨਿਰੀਖਣਯੋਗਾਂ ਦਾ ਇੱਕ ਸਮੂਹ ਹੋ ਸਕਦਾ ਹੈ। ਇਹ ਕੰਡੀਸ਼ਨ, ਇਸ ਦਾ ਕੀ ਅਰਥ ਹੈ ਮਾਪ ਦੇ ਸੰਦਰਭ ਵਿੱਚ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਤੁਸੀਂ T ਦੇ ਆਰਬਿਟਰੇਰੀ ਸਟੇਟ ਫਾਈ ਤੇ ਮਾਪ ਕਰਦੇ ਹੋ, ਤਾਂ ਇਹ ਉਸ ਆਪਰੇਟਰ ਦੀ I ਦੇਣ ਵਾਲੀ ਸਟੇਟ ਵਿੱਚੋਂ ਇੱਕ ਨਾਲ ਕੋਲਾਪਸ ਹੋਵੇਗਾ। ਇਸ ਲਈ ਇਹ ਕੰਡੀਸ਼ਨ ਇਹ ਦਰਸਾਏਗੀ ਕਿ ਜੇਕਰ ਤੁਸੀਂ ਪਹਿਲਾਂ ਆਰਬਿਟਰੇਰੀ ਸਟੇਟ ਤੇ ਕਿਸੇ ਆਪਰੇਟਰ ਨੂੰ ਮਾਪਦੇ ਹੋ ਤਾਂ ਇਹ ਇੱਕ ਆਪਰੇਟਰ ਦੀ ਈਗਨ ਸਟੇਟ ਨੂੰ ਕੋਲੈਪਸ ਕਰੇਗਾ। ਜੇਕਰ ਤੁਸੀਂ ਇਸ ਤੇ B ਆਪਰੇਟਰ ਦਾ ਮਾਪ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਕੀ ਦੇਵੇਗਾ? ਇਸ ਲਈ ਦਾਅਵਾ ਇਹ ਹੈ ਕਿ ਇਹ ਉਹੀ ਆਰਡਰ ਦੇਵੇਗਾ। ਜੇਕਰ ਤੁਸੀਂ ਇਸ ਨੂੰ ਇਸ ਆਰਡਰ ਵਿੱਚ ਜਾਂ ਆਰਡਰ ਵਿੱਚ ਜਾਂ ਦੂਜੇ ਆਰਡਰ ਵਿੱਚ ਕਰਦੇ ਹੋ, ਤਾਂ ਨਤੀਜਾ ਜੋ ਤੁਸੀਂ ਪ੍ਰਾਪਤ ਕਰਦੇ ਹੋ, A ਲਈ ਜੋ ਵੀ ਮਾਪ ਤੁਸੀਂ ਪ੍ਰਾਪਤ ਕਰਦੇ ਹੋ ਅਤੇ ਉਹੀ B ਹੋਵੇਗਾ। ਫਾਈਨਾਈਟ ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ। ਹਮੇਸ਼ਾ ਇਸ ਤੱਥ ਤੇ ਜ਼ੋਰ ਦਿਓ ਕਿ ਤੁਸੀਂ ਇਹਨਾਂ ਆਪਰੇਟਰਾਂ ਲਈ ਇਹ ਮੈਟ੍ਰਿਕਸ ਪ੍ਰਤੀਨਿਧਤਾ ਲਿਖ ਸਕਦੇ ਹੋ। ਮੈਟ੍ਰਿਕਸ ਪ੍ਰਤੀਨਿਧਤਾ ਲਿਖੋ ਫਿਰ ਦੋ ਮੈਟਰਿਸਿਸ। ਕਮਿਊਟੇਟਰ ਦੇ 0 ਹੋਣ ਦਾ ਮਤਲਬ ਹੈ ਕਿ ਤੁਸੀਂ ਮੈਟ੍ਰਿਕਸ ਨੂੰ ਉਸੇ ਸਮੇਂ ਤੇ ਵਿਕਰਨ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ A B ਦੇ ਬਰਾਬਰ BA ਹੈ। ਮੰਨ ਲਓ ਕਿ ਅਸੀਂ 2x2 ਮੈਟ੍ਰਿਕਸ ਲੈਂਦੇ ਹਾਂ। ਕੀ A ਕਮਿਊਟੇਟਰ B ਦਾ ਅਰਥ 0 ਦੇ ਬਰਾਬਰ ਹੈ ਜੇਕਰ ਫਾਈ 1 ਅਤੇ ਫਾਈ 2 ਆਧਾਰ ਆਈਗਨ ਆਧਾਰ A ਆਪਰੇਟਰ ਹਨ। ਇਸ ਦਾ ਕੀ ਮਤਲਬ ਹੈ? ਫਾਈ 1 ਲੈਮਬਡਾ 1 ਫਾਈ 1 ਹੈ ਜਾਂ ਮੈਨੂੰ ਕਹਿਣ ਦਿਓ ਇਸ ਦਾ ਫਾਈ 2 ਤੇ A 1 ਫਾਈ 1 ਹੈ ਜੋ A 2 ਫਾਈ 2 ਹੈ। ਆਓ ਇਸ ਨੂੰ ਸਟੇਟ ਤੇ ਵਰਤੀਏ। ਆਓ ਉਸ ਨੂੰ ਉਸ ਸਟੇਟ ਤੇ ਕਰੀਏ A ਤੇ B ਤੇ ਫਾਈ 1 B A ਤੇ ਫਾਈ 1 ਤੇ ਫਾਈ A 1 ਦੇ ਬਰਾਬਰ ਹੈ। A 1 ਨੰਬਰ ਆਈਗਨ ਹੈ। ਮੈਨੂੰ B ਆਪਰੇਟਰ ਤੇ ਕੀ ਮਿਲਿਆ ਹੈ? ਇਹ ਇਕੁਏਸ਼ਨ ਕੀ ਹੈ? PO 1 ਤੇ ਬਿਲਕੁਲ ਖੱਬੇ ਪਾਸੇ ਬਿਲਕੁਲ ਸੱਜੇ ਪਾਸੇ B ਵੇਖੋ ਜੋ ਉਸੇ ਆਈਗਨ ਵੈਲਿਊ A 1 ਦੇ ਨਾਲ A ਆਪਰੇਟਰ ਦਾ ਆਈਗਨ ਵੈਕਟਰ ਵੀ ਹੈ। ਫਾਈ ਤੇ B ਇੱਕ ਅਨੁਪਾਤਕ ਹੋਣਾ ਚਾਹੀਦਾ ਹੈ। ਉਹ ਗੈਰ ਡੀਜਨਰੇਟ ਆਈਗਨ ਵੈਲਿਊਜ਼ ਹਨ। ਆਈਗਨ ਸਟੇਟਸ ਤੁਹਾਡੇ ਕੋਲ ਦੋ ਵੱਖ-ਵੱਖ ਹੋ ਸਕਦੇ ਹਨ। ਉਹ LV ਕੀ ਹੈ ਕਿ ਫਾਈ ਤੇ B ਇੱਕ ਫਾਈ 1 ਦੇ ਅਨੁਪਾਤਕ ਹੋਣਾ ਚਾਹੀਦਾ ਹੈ ਜੋ A ਹੈ ਜਾਂ B ਵੀ A ਆਪਰੇਟਰ ਦੇ ਉਸੇ ਆਈਗਨ ਆਧਾਰ ਨੂੰ ਸਾਂਝਾ ਕਰੇਗਾ। ਇਸ ਲਈ ਮੈਂ ਇੱਥੇ ਜੋ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਇਸ ਤੱਥ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਅਨੁਕੂਲ ਨਿਰੀਖਣਯੋਗ ਹੈ ਜਾਂ ਸੰਬੰਧਿਤ ਆਪਰੇਟਰ ਕਮਿਊਟ ਕਰ ਰਹੇ ਹਨ। ਇੱਕ ਵਾਰ ਮੈਂ ਸੰਬੰਧਿਤ ਆਪਰੇਟਰਾਂ ਨੂੰ ਕਮਿਊਟ ਕਰਨ ਵਜੋਂ ਲੈਂਦਾ ਹਾਂ, ਮੈਨੂੰ ਇੱਕ ਇਕੁਏਸ਼ਨ ਮਿਲਦਾ ਹੈ ਜੋ ਇਹ ਆਈਗਨ ਵੈਲਿਊ ਇਕੁਏਸ਼ਨ ਵਰਗਾ ਹੈ। ਸਰਲਤਾ ਲਈ ਅਸੀਂ 2 ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ ਅਤੇ ਮੈਟ੍ਰਿਕਸ ਪ੍ਰਤੀਨਿਧਤਾ ਲੈ ਚੁੱਕੇ ਹਾਂ ਜੋ ਕਿ 2x2 ਮੈਟਰਿਸਿਸ ਹੈ। ਇਹ ਆਧਾਰ ਲਓ ਕਿ A ਦਾ ਇੱਕ ਆਈਗਨ ਆਧਾਰ ਹੈ ਜੋ ਗੈਰ ਡਿਜਨਰੇਟ ਹੈ। A 1 ਅਤੇ A 2 ਬਰਾਬਰ ਨਹੀਂ ਹਨ ਅਤੇ ਪ੍ਰਕਿਰਿਆ ਵਿੱਚ ਤੁਹਾਨੂੰ ਇੱਕ ਹੋਰ ਆਈਗਨ ਸਟੇਟ B ਫਾਈ 1 ਮਿਲਦਾ ਹੈ, ਜਿਸ ਦਾ ਅਰਥ ਹੈ ਕਿ 2 ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ B ਫਾਈ ਦੀ ਸੰਪੂਰਨਤਾ ਲਈ ਫਾਈ 1 ਦਾ ਅਨੁਪਾਤੀ ਜਾਂ ਬਰਾਬਰ ਹੋਣਾ ਚਾਹੀਦਾ ਹੈ। ਅਸੀਂ ਸਾਬਤ ਕਰ ਦਿੱਤਾ ਹੈ ਕਿ ਫਾਈ 1 ਤੇ B ਆਪਰੇਟਰ ਕੁਝ B 1 ਟਾਈਮਸ ਫਾਈ 1 ਹੈ। ਇਸ ਦਾ ਮਤਲਬ ਹੈ A ਅਤੇ B ਦੋਵਾਂ ਦੇ ਇੱਕੋ ਜਿਹੇ ਹੋ ਸਕਦੇ ਹਨ। A ਅਤੇ B ਦਾ ਆਈਗਨ ਆਧਾਰ ਹੋ ਸਕਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ A ਅਤੇ B ਦਾ ਇੱਕ ਸਮਕਾਲੀ ਆਈਗਨ ਆਧਾਰ ਹੈ। ਤੁਸੀਂ ਅਜਿਹਾ ਨਹੀਂ ਕਰ ਸਕਦੇ ਜੇਕਰ ਉਹ ਕਮਿਊਟ ਨਹੀਂ ਕਰਦੇ ਹਨ।
ਤੁਸੀਂ ਇਹ ਤਾਂ ਹੀ ਕਰ ਸਕਦੇ ਹੋ ਜੇਕਰ ਉਹ ਕਮਿਊਟ ਕਰਦੇ ਹਨ, ਅਤੇ ਅਸੀਂ ਇਸ ਤੱਥ ਨੂੰ ਵੀ ਮੰਨ ਰਹੇ ਹਾਂ ਕਿ B ਆਪਰੇਟਰ ਤੇ A ਆਪਰੇਟਰ ਦੇ ਦੋਵੇਂ ਆਈਗਨ ਵੈਲਿਊ ਗੈਰ ਡਿਜਨਰੇਟ ਹਨ। ਤੁਹਾਡੇ ਕੋਲ ਲੀਨੀਅਰ ਤੌਰ ਤੇ ਇਹ ਵੱਖਰੀ ਇੰਡੀਪੈਂਡੈਂਟ ਸਟੇਟ ਦੇ ਨਾਲ ਉਹੀ ਆਈਗਨ ਵੈਲਿਊ ਹੋ ਸਕਦੀ ਸੀ, ਜਿਸ ਮਾਮਲੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਅਸੀਂ ਇਸ ਤੇ ਆਵਾਂਗੇ। ਮੈਂ ਤੁਹਾਡੇ ਲਈ ਸਾਬਤ ਕਰ ਚੁੱਕਾ ਹਾਂ ਕਿ ਫਾਈਨਾਈਟ ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ ਲਈ ਸਾਡੇ ਕੋਲ ਅਨੁਕੂਲ ਨਿਰੀਖਣਯੋਗਾਂ ਲਈ ਮੈਟ੍ਰਿਕਸ ਪ੍ਰਤੀਨਿਧਤਾ ਹੋ ਸਕਦੀ ਹੈ ਜਿਸ ਨੂੰ ਉਸੇ ਸਮੇਂ ਤੇ ਵਿਕਰਨ ਕੀਤਾ ਜਾ ਸਕਦਾ ਹੈ। ਹੁਣ ਤੁਸੀਂ ਇੱਥੇ ਹੋ ਜਦੋਂ ਮੈਂ ਕਹਾਂਗਾ ਕਿ ਇਹ ਸਮਕਾਲੀਨ ਆਈਗਨ ਆਧਾਰ ਹੈ। ਇਸ ਦਾ ਮਤਲਬ ਹੈ ਕਿ A ਆਪਰੇਟਰ B ਆਪਰੇਟਰ ਵਿੱਚ ਵੀ ਜੋ ਕਿ 2x2 ਮੈਟਰਿਸਿਸ ਹਨ, ਇਹ ਤੁਸੀਂ ਲੱਭ ਸਕਦੇ ਹੋ। ਇਸ ਲਈ ਤੁਸੀਂ ਇਹ ਲੱਭ ਸਕਦੇ ਹੋ। ਤੁਹਾਡੇ ਕੋਲ ਇੱਕ ਆਪਰੇਟਰ ਹੈ ਤੁਸੀਂ ਕਿਵੇਂ ਮੈਟ੍ਰਿਕਸ ਨੂੰ ਵਿਕਰਨ ਕਰਦੇ ਹੋ। ਤੁਸੀਂ ਕੁਝ ਐਸ ਮੈਟ੍ਰਿਕਸ ਸਮਾਨਤਾ ਟਰਾਂਸਫਾਰਮੇਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹੋ ਜੋ ਤੁਹਾਨੂੰ ਇੱਕ ਡਾਇਗੋਨਲ ਮੈਟ੍ਰਿਕਸ ਮਕੈਨਿਕਸ ਇਹ ਪ੍ਰਦਾਨ ਕਰਦਾ ਹੈ ਜੋ ਹਰ ਕਿਸੇ ਨੇ ਕੀਤਾ ਹੈ। ਹੁਣ ਦਾਅਵਾ ਇਹ ਹੈ ਕਿ ਇਹ ਐਸ ਮੈਟ੍ਰਿਕਸ ਇੱਕ ਹੈ ਜੋ ਤੁਹਾਨੂੰ ਆਈਗਨ ਵੈਕਟਰ ਦਿੰਦਾ ਹੈ। ਉਹ ਸਮਕਾਲੀ ਆਈਗਨ ਵੈਕਟਰ ਹਨ। ਇਸ ਦਾ ਮਤਲਬ ਹੈ ਕਿ ਇਹ ਉਹੀ ਐਸ ਮੈਟ੍ਰਿਕਸ ਹੈ ਜਿਸ ਨੂੰ ਇਸ ਤੇ ਵੀ ਕੰਮ ਕਰਨਾ ਚਾਹੀਦਾ ਹੈ, ਜੋ ਤੁਹਾਨੂੰ B ਡਾਇਗੋਨਲ ਦਿੰਦਾ ਹੈ। ਕੋਈ ਇਹ ਵੱਖਰਾ ਐਸ ਮੈਟ੍ਰਿਕਸ ਨਹੀਂ ਬਣ ਸਕਦਾ। ਦੋਵੇਂ A ਅਤੇ B ਉਸੇ ਸਮੇਂ ਤੇ ਇੱਕੋ ਵਿਕ੍ਰਿਤਕ ਮੈਟ੍ਰਿਕਸ ਦੁਆਰਾ ਵਿਕਰਨ ਕੀਤੇ ਜਾਂਦੇ ਹਨ ਜੋ ਦੋ ਆਈਗਨ ਵੈਕਟਰਾਂ ਨੂੰ ਦਿੰਦਾ ਹੈ ਜੋ ਕਿ ਦੋਵਾਂ A ਅਤੇ B ਦੇ ਇੱਕੋ ਆਈਗਨ ਵੈਲਿਊ ਵੈਕਟਰ ਹਨ। ਪਹਿਲਾਂ ਦਾ ਕਥਨ ਸੀ ਕਿ ਜੇਕਰ ਤੁਸੀਂ ਲਗਾਤਾਰ ਦੋ ਮਾਪ A ਤੋਂ ਬਾਅਦ B, A ਮਾਪ ਅਤੇ ਫਿਰ ਬਾਅਦ ਵਿੱਚ B ਕਰਦੇ ਹੋ ਤਾਂ ਅੰਤਮ ਨਤੀਜਾ ਜੋ ਤੁਸੀਂ ਪ੍ਰਾਪਤ ਕਰੋਗੇ ਉਹੀ ਹੋਵੇਗਾ ਜਿਵੇਂ ਕਿ ਆਰਡਰ ਦੇ ਬਾਅਦ B ਕਰਨ ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਹਿਲਾ ਬਿਆਨ ਕੀ ਹੈ। ਦੂਜਾ ਕਥਨ ਹੈ ਇੱਕ ਫਾਈਨਾਈਟ ਡਾਇਮੈਂਸ਼ਨਲ ਵੈਕਟਰ ਸਪੇਸ ਵਿੱਚ ਕਮਿਊਟਿੰਗ ਆਪਰੇਟਰਾਂ ਨੂੰ n ਆਯਾਮ n ਕ੍ਰਾਸ n ਮੈਟਰਿਸਿਸ ਵਿੱਚ ਵੀ ਦੋ ਆਯਾਮੀ ਹੋਣ ਦੀ ਲੋੜ ਨਹੀਂ ਹੈ। ਤੁਸੀਂ ਇੱਕੋ ਸਮਾਨਤਾ ਮੈਟ੍ਰਿਕਸ ਦੁਆਰਾ ਉਸੇ ਸਮੇਂ ਤੇ ਵਿਕਰਨ ਕਰ ਸਕਦੇ ਹੋ, ਜਿਸ ਦਾ ਮਤਲਬ ਹੈ ਕਿ A ਦਾ ਆਈਗਨ ਆਧਾਰ B ਦਾ ਆਈਗਨ ਆਧਾਰ ਉਸੇ ਤੇ ਇਹ ਹੋਵੇਗਾ। ਪਹਿਲਾ ਕੇਸ ਹੈ ਜੋ ਮੈਂ 2x2 ਮੈਟਰਿਸਿਸ ਲਈ ਕਿਹਾ ਹੈ। ਮੰਨ ਲਓ ਕਿ A ਦਾ ਆਈਗਨ ਵੈਲਿਊ AI ਵੱਖਰੇ ਹਨ, ਮਤਲਬ ਕਿ ਉਹ ਗੈਰ ਡਿਜਨਰੇਟ ਹਨ, ਅਤੇ ਇਸੇ ਤਰ੍ਹਾਂ B ਦੇ ਆਈਗਨ ਵੈਲਿਊ BI ਵੱਖਰੇ ਹਨ। ਠੀਕ ਹੈ, ਦੋਵੇਂ ਡਿਜਨਰੇਟ ਨਹੀਂ ਹਨ। ਇਹ ਇੱਕ ਬਹੁਤ ਹੀ ਖਾਸ ਸਥਿਤੀ ਹੈ। ਤੁਹਾਡੇ ਕੋਲ ਅਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ ਜਿੱਥੇ ਕੁਝ ਆਪਰੇਟਰਾਂ ਦੇ ਦੋ ਆਈਗਨ ਵੈਲਿਊਸ ਇੱਕੋ ਜਿਹੇ ਹੋ ਸਕਦੇ ਹਨ ਜੋ ਤੁਹਾਨੂੰ ਡਿਜਨਰੇਟ ਸਥਿਤੀ ਪ੍ਰਦਾਨ ਕਰਨਗੇ। ਉਦਾਹਰਨ ਲਈ ਊਰਜਾ ਆਈਗਨ ਵੈਲਿਊਜ਼। ਜਦੋਂ ਤੁਸੀਂ ਦੋ ਡਾਇਮੈਂਸ਼ਨਲ ਬਕਸੇ ਵਿੱਚ ਇਹ ਪਾਰਟੀਕਲ ਨੂੰ ਦੇਖਦੇ ਹੋ, ਜੇਕਰ ਤੁਸੀਂ ਪਹਿਲਾ ਉਤਸ਼ਾਹਿਤ ਸਟੇਟ ਨੂੰ ਦੇਖਦੇ ਹੋ, ਇੱਕ ਬਕਸੇ ਵਿੱਚ ਇੱਕ ਦੋ ਡਾਇਮੈਂਸ਼ਨਲ ਪਾਰਟੀਕਲ ਵਿੱਚ nx ਇਕੁਅਲ 1 ny ਬਰਾਬਰ 2 ਜਾਂ nx ਬਰਾਬਰ 2 ਜਾਂ ny ਬਰਾਬਰ 1 ਦੇ ਨਾਲ ਦੋ ਲੀਨੀਅਰ ਤੌਰ ਤੇ ਇੰਡੀਪੈਂਡੈਂਟ ਸਟੇਟ ਹੁੰਦੀਆਂ ਹਨ, ਜਿੱਥੇ ਤੁਹਾਡੇ ਕੋਲ ਰਸਮੀ ਤੌਰ ਤੇ nx ny ਦੇ ਉਹੀ ਊਰਜਾ ਆਈਗਨ ਵੈਲਿਊਜ਼ ਹੋਣਗੇ। ਵੱਖੋ ਵੱਖਰੇ ਨੋਟੇਸ਼ਨ ਜਿੱਥੇ ਤੁਹਾਡੇ ਕੋਲ ਇੱਕ ਦੋ ਡਾਇਮੈਂਸ਼ਨਲ ਬਕਸੇ ਵਿੱਚ ਇਹ ਪਾਰਟੀਕਲ ਲਈ ਹੈਮਿਲਟੋਨੀਅਨ ਆਪਰੇਟਰ ਹੋ ਸਕਦੇ ਹਨ ਜੋ ਤੁਹਾਨੂੰ nx ਸਕੁਆਇਰਡ ਪਲਸ ny ਸਕੁਆਇਰਡ ਦੇਵੇਗਾ। ਜੇਕਰ nx 1 ਦੇ ਬਰਾਬਰ ਅਤੇ ny 2 ਦੇ ਬਰਾਬਰ ਹੈ, ਇਹ ਊਰਜਾ E 5 ਹੋਵੇਗੀ। ਜੇਕਰ nx 2 ਦੇ ਬਰਾਬਰ ny 1 ਦੇ ਬਰਾਬਰ ਹੈ, ਇਹ ਵੀ 5 ਹੈ। ਪਰ ਉਹ ਸਥਿਤੀਆਂ ਜੋ ਮੈਂ nx 1 ਦੇ ਬਰਾਬਰ ny 2 ਦੇ ਬਰਾਬਰ ਲਿਖਦਾ ਹਾਂ, ਜਿਸ ਦਾ ਅਨੁਪਾਤੀ ਨਹੀਂ ਹੁੰਦਾ, ਕੁਝ ਕਾਂਸਟੈਂਟ ਟਾਈਮਸ ਦਾ ਅਨੁਪਾਤੀ ਨਹੀਂ ਹੁੰਦਾ। nx 2 ਦੇ ਬਰਾਬਰ ny 1 ਦੇ ਬਰਾਬਰ। ਅਸੀਂ ਲੀਨੀਅਰ ਤੌਰ ਤੇ ਇੰਡੀਪੈਂਡੈਂਟ ਹਾਂ। ਤੁਸੀਂ ਸਪਸ਼ਟ ਤੌਰ ਤੇ ਤੱਥ ਨੂੰ ਦਿਖਾ ਸਕਦੇ ਹੋ ਕਿ nx 1 ਦੇ ਬਰਾਬਰ ny 2 ਦੇ ਬਰਾਬਰ ਅਤੇ nx 2 ਦੇ ਬਰਾਬਰ ny 1 ਦੇ ਬਰਾਬਰ ਸਿਫਰ ਜਾਂ ਨਾਨ-ਜ਼ੀਰੋ ਹੈ। ਜੇਕਰ ਤੁਸੀਂ ਇਸ ਨੂੰ ਲੀਨੀਅਰ ਤੌਰ ਤੇ ਇੰਡੀਪੈਂਡੈਂਟ ਕਹਿੰਦੇ ਹੋ ਅਤੇ ਤੁਸੀਂ ਇੱਕ ਆਧਾਰ ਤੇ ਦੇਖ ਰਹੇ ਹੋ ਜੋ ਆਰਥੋਨਰਮਲ ਆਧਾਰ ਹੈ ਤਾਂ ਇਹ ਹੈ। ਇਸ ਲਈ ਇਹ ਡਿਜਨਰੇਟ ਸਥਿਤੀ ਹੈ।
ਇੱਕ ਨਿਰੀਖਣਯੋਗ ਹੈ ਜੇਕਰ ਮੈਂ ਇਸ ਨੂੰ ਇਹ ਬਕਸੇ ਵਿੱਚ ਇੱਕ 2 ਡਾਇਮੈਂਸ਼ਨਲ ਪਾਰਟੀਕਲ ਲਈ ਇੱਕ ਊਰਜਾ ਆਪਰੇਟਰ ਦੇ ਰੂਪ ਵਿੱਚ ਲੈਂਦਾ ਹਾਂ ਜੋ ਇੱਕ ਡੀਜਨਰੇਟ ਸਥਿਤੀ ਹੋਵੇਗੀ। ਮੈਂ ਸਥਿਤੀ ਤੇ ਨਹੀਂ ਦੇਖ ਰਿਹਾ ਹਾਂ, ਮੈਂ ਇਸ ਬਕਸੇ ਵਿੱਚ ਇੱਕ ਡਾਇਮੈਂਸ਼ਨਲ ਪਾਰਟੀਕਲ ਤੇ ਦੇਖ ਰਿਹਾ ਹਾਂ। ਮੰਨ ਲਓ ਕਿ 2 ਆਪਰੇਟਰ ਹਨ। ਉਦਾਹਰਨ ਲਈ ਹਰੇਕ ਆਈਗਨ ਵੈਲਿਊਜ਼ ਪੋਜੀਸ਼ਨ ਆਪਰੇਟਰ ਇੱਕ ਡਾਇਮੈਂਸ਼ਨਲ ਬਕਸੇ ਵਿੱਚ ਇਹ ਵੱਖਰੀ ਊਰਜਾ ਮੁਆਫ ਕਰਨਾ ਪੋਜੀਸ਼ਨ ਆਈਗਨ ਵੈਲਿਊ ਹੋਣ ਜਾ ਰਿਹਾ ਹੈ। ਇਸ ਫੰਕਸ਼ਨਲ ਆਪਰੇਟਰ ਵਰਗੀਆਂ ਸਥਿਤੀਆਂ ਹੋ ਸਕਦੀਆਂ ਹਨ। ਕੀ ਸਾਡੇ ਕੋਲ x ਸਕੁਏਅਰਡ ਪਲਸ y ਸਕੁਏਅਰਡ ਦੇ ਰੂਪ ਵਿੱਚ ਇੱਕ ਫੰਕਸ਼ਨਲ ਆਪਰੇਟਰ ਹੋ ਸਕਦਾ ਹੈ? ਫਿਰ ਚੱਕਰ ਦੇ ਸਾਰੇ ਬਿੰਦੂਆਂ ਦਾ ਇੱਕੋ ਜਿਹਾ ਆਈਗਨ ਵੈਲਿਊ ਹੋਵੇਗਾ, ਸਟੇਟ ਵੱਖਰੀ ਹੋਵੇਗੀ। ਤਾਂ ਇਹੀ ਹੈ ਜਿੱਥੇ ਤੁਸੀਂ ਡਿਜਨਰੇਟ ਅਤੇ ਗੈਰ ਡਿਜਨਰੇਟ ਦੇਖਣਾ ਸ਼ੁਰੂ ਕਰੋਗੇ। ਬਸ ਸਰਲਤਾ ਲਈ ਆਓ ਅਸੀਂ ਜ਼ਿਆਦਾਤਰ 2x2 ਮੈਟਰਿਸਿਸ ਜਾਂ 3x3 ਮੈਟਰਿਸਿਸ ਨੂੰ ਵੇਖੀਏ। ਇੱਕ ਆਪਰੇਟਰ ਦੇ ਸਾਰੇ ਆਈਗਨ ਵੈਲਿਊਜ਼ ਵੱਖਰੇ ਹੁੰਦੇ ਹਨ। ਕੋਈ ਵੀ 2 ਆਈਗਨ ਵੈਲਿਊਜ਼ ਇੱਕੋ ਜਿਹੇ ਨਹੀਂ ਹੁੰਦੇ ਹਨ। ਅਤੇ ਇਸੇ ਤਰ੍ਹਾਂ b ਦੇ ਆਈਗਨ ਵੈਲਿਊਜ਼ bi ਵੱਖਰੇ ਹੁੰਦੇ ਹਨ। ਕੀ ਹੋਵੇਗਾ ਜਦੋਂ ਤੁਸੀਂ ਹੁਣ ਮਾਪ ਕਰੋਗੇ? ਮੰਨ ਲਓ ਕਿ ਤੁਸੀਂ ਆਰਬਿਟਰੇਰੀ ਸਾਈ ਤੇ ਆਪਰੇਟਰ a ਨਾਲ ਸੰਬੰਧਿਤ ਆਪਰੇਟਰ a ਜਾਂ ਨਿਰੀਖਣਯੋਗ ਦਾ ਮਾਪ ਕਰਦੇ ਹੋ। ਇਸ ਲਈ ਮੈਂ ਹੁਣੇ ਹੀ ਤੁਹਾਡੇ phi n by ਇਸ n ਆਨ phi k by k ਨਾਲ ਬਦਲ ਦਿੱਤਾ ਹੈ। ਇਹ ਸਿਰਫ ਨੋਟੇਸ਼ਨ ਨੂੰ ਹੋਰ ਸਰਲ ਬਣਾਉਣ ਲਈ ਹੈ। ਇਸ ਬਾਰੇ ਚਿੰਤਾ ਨਾ ਕਰੋ ਕਿ ਅਸੀਂ ਕਿਉਂ ਨਹੀਂ ਲਿਖ ਰਹੇ ਹਾਂ। ਅਸੀਂ ਹਮੇਸ਼ਾ phi n ਦੀ ਬਜਾਏ ਲਿਖਣ ਜਾ ਰਹੇ ਹਾਂ। ਮੈਂ ਇੱਥੇ ਸਿਰਫ ਸ਼ਾਰਟਹੈਂਡ ਨੋਟੇਸ਼ਨ ਦੀ ਵਰਤੋਂ ਕਰਨ ਜਾ ਰਿਹਾ ਹਾਂ। ਯਾਦ ਰੱਖੋ ਕਿ phi n ਆਈਗਨ ਵੈਲਿਊਜ਼ ਲੈਂਬਡਾ n ਅਤੇ a n ਉਹ ਹੈ ਜਿਸ ਦਾ ਮੈਂ ਟਰੈਕ ਕਰ ਰਿਹਾ ਹਾਂ ਅਤੇ ਅਸਲ ਵਿੱਚ ਪਾਈ ਦਾ ਟਰੈਕ ਨਹੀਂ ਕਰ ਰਿਹਾ ਹਾਂ। ਇਹ ਸਿਰਫ ਨੋਟੇਸ਼ਨ ਦਾ ਮਾਮਲਾ ਹੈ। ਇਹ ਸਿਰਫ ਇੱਕ ਵੇਰੀਏਬਲ, ਡੰਮੀ ਵੇਰੀਏਬਲ ਹੈ। ਇਸ ਲਈ ਇੱਕ ਤੇ ਮਾਪ ਇਸ ਲਈ ਤੁਹਾਡੇ ਕੋਲ ਸ਼ੁਰੂਆਤ ਵਿੱਚ ਇੱਕ ਸਿਸਟਮ ਹੈ ਜੋ ਤੁਹਾਨੂੰ ਸਟੇਟ ਸਾਈ ਵਿੱਚ ਤਿਆਰ ਕਰਕੇ ਦਿੱਤਾ ਗਿਆ ਹੈ। ਤੁਹਾਨੂੰ ਇੱਕ ਆਰਬਿਟਰੇਰੀ ਸਟੇਟ ਤੇ ਇੱਕ ਨਿਰੀਖਣਯੋਗ ਦਾ ਮਾਪ ਕਰਨ ਦੀ ਕੋਸ਼ਿਸ਼ ਕਰਨ ਲਈ ਦਿੱਤਾ ਗਿਆ ਹੈ ਜਿਸ ਵਿੱਚ ਇਹ ਤਿਆਰ ਕੀਤਾ ਗਿਆ ਹੈ। ਅਸੀਂ ਪਹਿਲਾਂ ਹੀ ਇਹ ਦਲੀਲ ਦਿੱਤੀ ਹੈ ਕਿ ਇਹ ਆਪਰੇਟਰ ਦੇ ਆਈਗਨ ਸਟੇਟਸ ਵਿੱਚੋਂ ਇੱਕ ਨੂੰ ਕੋਲਾਪਸ ਕਰ ਦੇਵੇਗਾ, ਪਰ ਕਿਹੜਾ ਆਈਗਨ ਸਟੇਟ ਮਾਪ ਤੋਂ ਪਹਿਲਾਂ ਕੋਈ ਵੀ ਨਹੀਂ ਜਾਣਦਾ। ਮਾਪ ਤੋਂ ਬਾਅਦ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਇਹ ਆਈਗਨ ਵੈਲਿਊ ਵਜੋਂ ਮਿਲਿਆ ਹੈ। ਇੱਕ ਵਾਰ ਜਦੋਂ ਉਹ ਕਹਿੰਦਾ ਹੈ ਕਿ ਮੈਂ ਆਈਗਨ ਵੈਲਿਊ ਦੇ ਰੂਪ ਵਿੱਚ k ਪ੍ਰਾਪਤ ਕੀਤਾ ਹੈ ਤਾਂ ਤੁਸੀਂ ਜਾਣਦੇ ਹੋ ਕਿ ਹੁਣ k ਦੇ ਰੂਪ ਵਿੱਚ ਸਟੇਟ k phi k ਨੂੰ ਕੋਲਾਪਸ ਕਰ ਗਿਆ ਹੈ। ਜਦੋਂ ਤੁਸੀਂ ਇਸ ਤੋਂ ਤੁਰੰਤ ਬਾਅਦ b ਮਾਪ ਕਰਦੇ ਹੋ, b ਵੈਲਿਊ ਦੀ ਵੈਲਿਊ ਕੀ ਹੋਵੇਗੀ? ਇਹ bk ਹੋਵੇਗੀ। ਇਸ ਲਈ ਇਹੀ ਹੈ ਜੋ ਇੱਥੇ ਸਿਸਟਮ ਕੋਲੈਪਸ ਕਰਦਾ ਹੈ। ਇਸ ਤੋਂ ਤੁਰੰਤ ਬਾਅਦ ਮਾਪੀ ਗਈ b ਵੈਲਿਊ ਕੀ ਹੋਵੇਗੀ? ਅਸੀਂ ਨਿਸ਼ਚਿਤ ਤੌਰ ਤੇ ਕਹਿ ਸਕਦੇ ਹਾਂ ਕਿ ਇੱਥੋਂ ਤੱਕ ਕਿ ਇਹ ਮਾਪਣ ਤੋਂ ਪਹਿਲਾਂ ਵੀ bk ਹੋਣੀ ਚਾਹੀਦੀ ਹੈ ਅਤੇ ਤੁਸੀਂ ਮਾਪ ਸਕਦੇ ਹੋ ਅਤੇ ਕਹਿ ਸਕਦੇ ਹੋ ਇਹ bk ਵਿੱਚ ਹੈ ਕਿਉਂਕਿ ਇੱਕ ਵਾਰ ਇਹ ਆਈਗਨ ਸਟੇਟ ਵਿੱਚ ਕੋਲਾਪਸ ਕਰ ਚੁੱਕਾ ਹੈ। ਇਹ ਆਪਰੇਟਰ ਦੇ ਵਿੱਚੋਂ ਇੱਕ ਆਈਗਨ ਆਧਾਰ ਤੇ ਕੋਲਾਪਸ ਦੀ ਉਸ ਆਈਗਨ ਸਟੇਟ ਵਿੱਚ ਬਣੇ ਰਹਿਣ ਵਾਲਾ ਹੈ। ਪਰ ਇੱਕ ਵਾਰ ਜਦੋਂ ਇਹ ਆਪਰੇਟਰ ਦੇ ਆਈਗਨ ਆਧਾਰ ਵਿੱਚ ਕੋਲਾਪਸ ਹੋ ਜਾਂਦਾ ਹੈ, ਇਹ ਉਸ ਆਈਗਨ ਆਧਾਰ ਵਿੱਚ ਹੀ ਰਹੇਗਾ ਜੋ b ਆਪਰੇਟਰ ਲਈ ਵੀ ਸਮਕਾਲੀ ਆਈਗਨ ਆਧਾਰ ਹੈ। ਕਿਉਂਕਿ ਇਹ ਅਨੁਕੂਲ ਨਿਰੀਖਣਯੋਗ ਦੋਵੇਂ a ਅਤੇ b ਕਮਿਊਟ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇੱਥੋਂ ਤੱਕ b ਦਾ ਮਾਪ ਕਰਨ ਤੋਂ ਪਹਿਲਾਂ ਬਾਅਦ ਵਿੱਚ ਤੁਸੀਂ a ਦੇ ਮਾਪ ਕਰਦੇ ਹੋ। ਤੁਸੀਂ ਬਿਲਕੁਲ ਸਹੀ ਕਹਿ ਸਕਦੇ ਹੋ ਕਿ b ਮਾਪ ਦੀ ਵੈਲਿਊ ਕੀ ਹੋਣੀ ਚਾਹੀਦੀ ਹੈ ਅਤੇ ਤੁਸੀਂ ਪੁਸ਼ਟੀ ਕਰ ਸਕਦੇ ਹੋ। ਠੀਕ ਹੈ, ਅਗਲੀ ਪੇਚੀਦਗੀ ਕੀ ਹੈ ਅਸੀਂ ਕਰ ਸਕਦੇ ਹਾਂ। ਇਹੀ ਹੈ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੰਨ ਲਓ ਕਿ ਇਹ ਦੀਆਂ ਆਈਗਨ ਵੈਲਿਊਜ਼ ai ਡਿਜਨਰੇਟ ਹਨ। ਆਓ ਅਸੀਂ ਇਹ ਇੱਕ ਨੂੰ 2 ਵਾਰ ਦੁਹਰਾਉਣ ਲਈ ਲੈਂਦੇ ਹਾਂ। ਇਹਨਾਂ ਵਿੱਚੋਂ ਬਾਕੀ ਬਚੇ ਵੱਖਰੇ ਹਨ। ਇਹੀ ਹੈ ਜੋ ਡਿਜਨਰੇਟ ਹੈ। ਜਦੋਂ ਕਿ ਤੁਸੀਂ ਆਈਗਨ ਵੈਲਿਊਜ਼ bi ਨੂੰ ਗੈਰ ਡਿਜਨਰੇਟ ਵਜੋਂ ਲੈਂਦੇ ਹੋ, bn ਤੋਂ bn ਤੱਕ ਸਾਰੇ ਵੱਖ-ਵੱਖ ਹਨ। ਇਸ ਲਈ ਮੰਨ ਲਈਏ ਕਿ ਇਹ ਸਰਲ ਸਥਿਤੀ ਹੈ। ਇਸ ਲਈ ਆਓ ਅਸੀਂ ਇਹ ਇੱਕ ਲੈਂਦੇ ਹਾਂ ਅਤੇ ਅਸੀਂ ਇਹ ਇੱਕ a2 ਅਤੇ ਇਹ 3 ਨੂੰ ਬੰਨਿਆ ਹੈ ਤਾਂ ਆਓ ਅਸੀਂ ਇੱਥੇ a2 a1 a3 a4 a5 an ਨੂੰ ਵੱਖਰੇ ਆਈਗਨ ਵੈਲਿਊਜ਼ ਵਜੋਂ ਕੰਟੀਨਿਊ ਰੱਖੀਏ। ਆਈਗਨ ਵੈਲਿਊਜ਼ ਲਈ ਡਿਜਨਰੇਸੀ 2 ਫੋਲਡ ਡਿਜਨਰੇਸੀ ਪਹਿਲਾ ਅਤੇ ਦੂਜਾ ਆਈਗਨ ਵੈਲਿਊਜ਼ ਹੈ। ਇਸ ਦਾ ਕੀ ਮਤਲਬ ਹੈ? ਸਟੇਟ 1 ਅਤੇ ਸਟੇਟ 2 ਡਿਜਨਰੇਟ ਹਨ। ਇਹ ਆਪਰੇਟਰ ਸਟੇਟ 1
ਤੇ ਇਹ ਇੱਕ ਟਾਈਮਸ ਹੋਵੇਗਾ। ਇਹ ਆਪਰੇਟਰ ਸਟੇਟ 2 ਤੇ ਇਹ 2 ਹੈ ਜੋ ਮੈਨੂੰ ਲਿਖਣਾ ਚਾਹੀਦਾ ਹੈ, ਪਰ ਡਿਜਨਰੇਸੀ ਦੇ ਕਾਰਨ ਇਹ 2 ਤੇ 1, 2 ਤੇ ਵਰਗਾ ਹੈ। ਇਸ ਲਈ ਹੁਣ ਜਦੋਂ ਤੁਸੀਂ ਇੱਕ ਆਰਬਿਟਰੇਰੀ ਸਟੇਟ ਤੇ ਇੱਕ ਮਾਪ ਕਰਦੇ ਹੋ, ਮੰਨ ਲਓ ਤੁਸੀਂ ਇੱਕ ਆਰਬਿਟਰੀ ਸਟੇਟ ਸਾਈ ਲੈਂਦੇ ਹੋ ਅਤੇ ਤੁਸੀਂ ਇਹ ਆਪਰੇਟਰ ਦਾ ਮਾਪ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਸੀਂ ਇਸ ਨੂੰ ਕੋਲਾਪਸ ਕਿਹਾ। ਇੱਕ ਪ੍ਰਯੋਗਵਾਦੀ ਕੀ ਪ੍ਰਾਪਤ ਹੁੰਦਾ ਹੈ? ਉਹ ਕਹਿੰਦਾ ਹੈ ਕਿ ਮੈਨੂੰ ਇੱਕ ਆਈਗਨ ਵੈਲਿਊ ਪ੍ਰਾਪਤ ਹੁੰਦਾ ਹੈ। ਮੰਨ ਲਓ ਕਿ ਤੁਸੀਂ ਹੁਣ ਸਟੇਟ ਦੀ ਭਵਿੱਖਬਾਣੀ ਕਰ ਸਕਦੇ ਹੋ। ਤੁਸੀਂ ਕੀ ਕਹਿ ਸਕਦੇ ਹੋ? ਇਹ ਜਾਂ ਤਾਂ ਉਹਨਾਂ ਵਿੱਚੋਂ ਇੱਕ ਹੋ ਸਕਦਾ ਹੈ ਜਾਂ ਉਹਨਾਂ ਦੀ ਇੱਕ ਲੀਨੀਅਰ ਸੁਪਰਪੋਜੀਸ਼ਨ ਵੀ ਹੋ ਸਕਦੀ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸਨੇ ਇਹ ਇੱਕ ਦੇ ਰੂਪ ਵਿੱਚ ਆਈਗਨ ਵੈਲਿਊ ਲੱਭਿਆ ਹੈ, ਸਿਸਟਮ ਸਥਿਤੀ ਨੂੰ ਢਾਇਆ ਗਿਆ ਹੈ। ਅਸੀਂ ਸਿਰਫ 1 ਅਤੇ 2 ਦੇ ਕੁਝ ਲੀਨੀਅਰ ਕੰਬੀਨੇਸ਼ਨ ਨੂੰ ਸਾਈ ਕੋਲਾਪਸਸ ਕਹਿ ਸਕਦੇ ਹਾਂ। ਇਸ ਲਈ ਸਮੇਸ਼ਨ ਓਵਰ ਆਓ ਸੀ ਐਲ ਲਿਖਦੇ ਹਾਂ, ਜਿੱਥੇ L 1 ਤੋਂ 2 ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਹਨ। Cl ਵਿੱਚ ਇੱਕ ਸਿਸਟਮ ਹੋ ਸਕਦਾ ਹੈ ਜੋ Cl ਦਾ ਸੈੱਟ ਮੈਂ ਮਾਪ ਰਿਹਾ ਹਾਂ। ਮੈਂ ਸਿਸਟਮ ਨੂੰ ਛੂਹੇ ਬਿਨਾਂ ਨਹੀਂ ਦੱਸ ਸਕਦਾ। ਤੁਸੀਂ ਪਹਿਲਾਂ ਤੋਂ ਨਹੀਂ ਜਾਣਦੇ ਹੋ, ਤੁਸੀਂ ਸਿਰਫ ਇਹ ਜਾਣਦੇ ਹੋ ਕਿ ਇਸ ਦਾ ਮਾਪ ਕਰਨ ਤੋਂ ਪਹਿਲਾਂ ਇਹ ਡਿਜਨਰੇਟ ਕੇਸ ਨਾ ਹੋਣ ਲਈ ਆਈਗਨ ਸਟੇਟ ਦੇ ਕਿਸੇ ਇੱਕ ਵਿੱਚ ਜਾਵੇਗਾ। ਡਿਜਨਰੇਟ ਕੇਸ ਲਈ ਤੁਸੀਂ ਆਪਣੇ ਹੱਥ ਵਿੱਚ ਸਿਰਫ ਆਈਗਨ ਵੈਲਿਊ ਪ੍ਰਾਪਤ ਕਰਦੇ ਹੋ ਕਿ ਕੋਲਾਸਪ ਖਾਸ ਤੌਰ ਤੇ 1 ਨੂੰ ਜਾਂ ਖਾਸ ਤੌਰ ਤੇ 2 ਨੂੰ। ਇਹ ਇਕੁਏਸ਼ਨ ਜੋ ਤੁਹਾਡੇ ਕੋਲ ਪਹਿਲਾਂ ਨਹੀਂ ਹੈ, ਜੋ ਵੀ ਤੁਸੀਂ ਇਸ ਬਾਰੇ ਸੋਚੋ। ਇੱਕ ਛੋਟਾ ਜਿਹਾ ਦਰਿਸ਼ ਜੋ ਅਸੀਂ ਲੈਂਦੇ ਹਾਂ। ਇਸ ਲਈ ਇੱਕ ਆਰਬਿਟਰੇਰੀ ਸਟੇਟ A ਦਾ ਇਹ ਡਿਜਨਰੇਟ ਸਟੇਟ ਵਿੱਚ ਕੋਲਾਪਸ। ਮੰਨ ਲਓ ਕਿ ਮੈਂ ਜਾਣਦਾ ਹਾਂ ਕਿ ਕੋਲਾਪਸ ਮੈਨੂੰ ਡਿਜਨਰੇਟ ਆਈਗਨ ਵੈਲਿਊਜ਼ ਦਿੰਦਾ ਹੈ। B ਦੇ ਅਗਲੇ ਤੁਰੰਤ ਮਾਪ ਲਈ ਐਕਸਪੈਕਟੇਸ਼ਨ ਵੈਲਿਊ ਨੂੰ ਵਿਲੱਖਣ ਤੌਰ ਤੇ ਨਿਰਧਾਰਤ ਨਹੀਂ ਕਰੇਗਾ। ਇਹ ਸਭ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਜਾਂ ਤਾਂ B1 ਜਾਂ B2 ਹੋ ਸਕਦਾ ਹੈ। ਸਾਨੂੰ ਨਹੀਂ ਪਤਾ ਕਿ ਕਿਹੜਾ। ਇਸ ਲਈ ਰਸਮੀ ਤੌਰ ਤੇ ਮੈਂ ਤੁਹਾਡੀ ਇੱਕ ਖਾਸ ਚੀਜ਼ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੰਨ ਲਓ ਕਿ ਕਿਸੇ ਆਰਬਿਟਰੀ ਸਟੇਟ ਸਾਈ ਤੇ A ਦਾ ਮਾਪ ਕੇ L ਤੇ ਜਾਂਦਾ ਹੈ, ਜਿੱਥੇ ਕਿ L ਆਈਗਨ ਵੈਲਿਊ A ਕੇ ਨਾਲ ਡਿਜਨਰੇਟ ਹੁੰਦੀ ਹੈ। ਇਸ ਲਈ ਸਾਰੇ L ਤੁਸੀਂ L2 ਫੋਲਡ ਡਿਜਨਰੇਟ ਹੋਣ ਲਈ ਲੈ ਸਕਦੇ ਹੋ, ਜਿੱਥੇ L 1 ਅਤੇ 2 ਹੈ। ਇਹੀ ਉਦਾਹਰਨ ਹੈ ਜੋ ਮੈਂ ਲਈ ਹੈ। ਇਸ ਲਈ A ਕੀ ਉਹੀ ਆਈਗਨ ਵੈਲਿਊ ਹੈ ਜਿਸਨੂੰ ਤੁਸੀਂ B ਆਪਰੇਟਰ ਦੇ ਆਈਗਨ ਸਟੇਟਸ ਦੀ ਸੁਪਰਪੋਜੀਸ਼ਨ ਦੀ ਟਰਮਜ਼ ਵਿੱਚ ਸਟੇਟ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਕੋਈ ਨੁਕਸਾਨ ਨਹੀਂ ਅਤੇ ਤੁਸੀਂ ਉਹ ਮਾਪ ਪਾਓਗੇ ਜੋ ਤੁਸੀਂ ਇੱਕ ਆਰਬਿਟਰੇਰੀ ਕੇ L ਤੇ B ਆਪਰੇਟਰ ਤੇ ਕਰਦੇ ਹੋ। ਇਹ ਜਾਂ ਤਾਂ L 1 ਦੇ ਬਰਾਬਰ ਹੋਵੇਗਾ ਜਾਂ ਤੁਸੀਂ ਜਾਣਦੇ ਹੋ ਇੱਕ ਖਾਸ ਇੱਕ ਲਈ S1 ਦੇ ਬਰਾਬਰ ਜਾਂ S2 ਦੇ ਬਰਾਬਰ ਹੋਵੇਗਾ। ਪਰ ਕਿਹੜਾ ਇੱਕ ਤੁਹਾਡੇ ਲਈ ਕੋਲਾਸਪ ਹੋਵੇਗਾ ਪਤਾ ਕਰੋ ਜਦੋਂ ਤੱਕ ਤੁਸੀਂ ਮਾਪ ਨਹੀਂ ਲੈਂਦੇ। ਜੇਕਰ ਤੁਸੀਂ ਇਹ ਇੱਕ ਆਈਗਨ ਵੈਲਿਊ ਪ੍ਰਾਪਤ ਕਰਦੇ ਹੋ ਤਾਂ ਮੈਂ ਜਾਣਦਾ ਹਾਂ ਕਿ B ਆਈਗਨ ਵੈਲਿਊ B1 ਜਾਂ B2 ਹੋਣੀ ਚਾਹੀਦੀ ਹੈ ਜੋ ਮੈਂ ਦੱਸ ਸਕਦਾ ਹਾਂ। ਪਰ ਜਦੋਂ ਤੁਸੀਂ ਮਾਪ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਜਾਂ ਤਾਂ B1 ਜਾਂ B2 ਹੋਵੇਗਾ ਜੋ ਤੁਸੀਂ ਪਹਿਲਾਂ ਪ੍ਰਾਪਤ ਕਰਦੇ ਹੋ। ਤੁਸੀਂ ਇਸ ਦੇ ਵਿਚਕਾਰ ਨਹੀਂ ਕਰੋਗੇ। B ਮਾਪ ਤੋਂ ਤੁਰੰਤ ਬਾਅਦ ਇਹ ਕੀ ਦੇਵੇਗਾ? ਇਹ ਕੇਵਲ ਇਹ ਇੱਕ ਹੀ ਦੇਵੇਗਾ। ਮੰਨ ਲਓ ਇਹ ਇੱਕ ਪਹਿਲਾਂ ਇੱਕ ਮਾਪ ਸੀ ਅਤੇ ਫਿਰ B ਮਾਪ। ਮੰਨ ਲਓ ਕਿ ਇਸਨੇ B2 ਨੂੰ ਦਿੱਤਾ ਹੈ। ਦੁਬਾਰਾ ਤੁਸੀਂ ਇੱਕ ਕੇ ਮਾਪ ਕਰਦੇ ਹੋ, ਤੁਸੀਂ ਸਿਰਫ ਇਹ ਇੱਕ ਹੀ ਹੋਵੋਗੇ। ਤਰਕ ਇਹ ਹੈ ਗੈਰ ਡਿਜਨਰੇਟ ਤੋਂ ਕੁਝ ਨਹੀਂ ਹੋਵੇਗਾ ਜੇਕਰ ਕੋਈ ਖਾਸ ਆਦਰਸ਼ ਫੈਸ਼ਨ ਕੋਲਾਪਸ ਕਰ ਦਿੱਤਾ ਜਾਵੇ। ਪਰ ਜੇਕਰ ਤੁਸੀਂ ਡਿਜਨਰੇਟ ਤੋਂ ਗੈਰ ਡਿਜਨਰੇਟ ਵੱਲ ਜਾ ਰਹੇ ਹੋ ਤਾਂ ਕੁਝ ਅਸਪਸ਼ਟਤਾ ਹੈ ਕਿ ਇਹ ਇੱਕ ਸੁਪਰਪੋਜ਼ਡ ਸਟੇਟ ਵਿੱਚ ਜਾ ਸਕਦਾ ਹੈ ਅਤੇ ਫਿਰ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ ਕਿ B ਮਾਪ ਕੀ ਹੈ। ਇਸ ਲਈ ਅਸੰਗਤ ਨਿਰੀਖਣਯੋਗ ਕੀ ਹੈ। ਹੁਣ ਤੱਕ ਅਸੀਂ
ਅਨੁਕੂਲ ਨਿਰੀਖਣਯੋਗਾਂ ਤੇ ਬਹੁਤ ਸਾਰਾ ਟਾਈਮ ਬਿਤਾਇਆ ਹੈ ਅਤੇ ਇੱਥੋਂ ਤੱਕ ਕਿ ਅਨੁਕੂਲ ਨਿਰੀਖਣਯੋਗਾਂ ਵਿੱਚ ਵੀ ਦੋ ਕਿਸਮਾਂ ਹਨ, ਜਿੱਥੇ ਇੱਕ ਨਿਰੀਖਣਯੋਗ ਵਿੱਚ ਡਿਜਨਰੇਟ ਆਈਗਨ ਵੈਲਿਊਜ਼ ਜਾਂ ਗੈਰ ਡਿਜਨਰੇਟ ਆਈਗਨ ਵੈਲਿਊਜ਼ ਹੋ ਸਕਦੇ ਹਨ। ਗੈਰ ਡਿਜਨਰੇਟ ਵਿੱਚ ਬਹੁਤ ਹੀ ਸਧਾਰਨ ਹੈ, ਉਹ ਉਹਨਾਂ ਦੋਹਾਂ ਦੇ ਸਮਕਾਲੀ ਆਈਗਨ ਆਧਾਰ ਹਨ। ਡਿਜਨਰੇਟ ਕੇਸ ਵਿੱਚ ਕੁਝ ਨਿਸ਼ਚਿਤਤਾ ਹੈ ਕਿ ਤੁਸੀਂ ਬੀ ਆਪਰੇਟਰ ਨੂੰ ਆਈਗਨ ਆਧਾਰ ਲਿਖਣ ਲਈ ਉਸ ਡਿਜਨਰੇਟ ਸਬ ਸਪੇਸ ਵਿੱਚ ਰੋਟੇਟ ਕਰ ਸਕਦੇ ਹੋ। ਇਹੀ ਹੈ ਜੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੰਗਤ ਨਿਰੀਖਣਯੋਗਾਂ ਦਾ ਮਤਲਬ ਹੈ ਉਹ ਕਮਿਊਟ ਨਹੀਂ ਕਰਦੇ ਅਤੇ ਅਸੀਂ A ਅਤੇ B ਆਪਰੇਟਰ ਦੀ ਸਮਕਾਲੀ ਆਈਗਨ ਸਟੇਟ ਨਹੀਂ ਲਿਖ ਸਕਦੇ। A ਦਾ ਮਾਪ B ਦੇ ਮਾਪ ਤੋਂ ਬਾਅਦ ਹੁੰਦਾ ਹੈ। ਦੁਬਾਰਾ ਮਾਪ A ਸ਼ਾਇਦ ਇਹ ਵੈਲਿਊ ਵਜੋਂ ਨਾ ਦੇਵੇ। ਉਹੀ ਆਈਗਨ ਵੈਲਿਊਜ਼ ਉਹੀ ਵੈਲਿਊ ਨਹੀਂ ਦੇ ਸਕਦਾ। ਹੁਣ ਤੁਸੀਂ ਸਹਿਮਤ ਹੋ? ਇਹ ਉਹ ਮੁੱਖ ਪੁਆਇੰਟ ਹੈ ਜੋ ਇੱਕ ਸਟਰਨ ਗਰਲਾਕ ਪ੍ਰਯੋਗ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਸਟਰਨ ਗਰਲਾਕ ਪ੍ਰਯੋਗ ਕਰਦੇ ਹਨ? ਇਹ ਉਹ ਥਾਂ ਹੈ ਜਿੱਥੇ ਉਹ ਇਸ ਨੂੰ ਮੈਗਨੈਟਿਕ ਫੀਲਡ ਦੀ ਮੌਜੂਦ ਸਪਿਨ ਰਾਹੀਂ ਪਾ ਸਕਦੇ ਹਨ। ਇਹ ਉਹਨਾਂ ਵਿਸ਼ਿਆਂ ਵਿੱਚੋਂ ਇੱਕ ਹੋਵੇਗਾ ਜੋ ਹੇਠਾਂ ਦਿੱਤੇ ਕੁਝ ਲੈਕਚਰਾਂ ਤੇ ਕੰਮ ਕਰੇਗਾ ਅਤੇ ਤੁਸੀਂ ਦੇਖੋਗੇ ਕਿ ਸਪਿਨ ਦੇ ਐਕਸ ਕੰਪੋਨੈਂਟ ਦਾ ਮਾਪ Y ਦੁਆਰਾ ਫਾਲੋ ਕੀਤਾ ਗਿਆ। ਦੁਬਾਰਾ X ਤੇ ਵਾਪਸ ਆਓ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਇਹ ਓਸੀਲੇਟਿੰਗ ਜਾਰੀ ਰੱਖਦਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਵਾਰ ਮੈਂ ਮਾਪ ਕਰ ਲਿਆ ਹੈ। ਇਸ ਦਾ ਕਾਰਨ ਕੀ ਹੈ? ਇਹੀ ਹੈ ਜੋ ਅਸੰਗਤ ਹੈ। ਕੁਝ ਅਸੰਗਤ ਆਪਰੇਟਰ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਨਾਲ ਹੋ। ਮੰਨ ਲਓ ਕਿ ਮੈਂ ਤੁਹਾਨੂੰ LX LY ਕਮਿਊਟੇਟਿਵ ਪੁੱਛਦਾ ਹਾਂ। LX YPZ ਮਾਈਨਸ ZPY ਹੈ ਅਤੇ ALY ZPX ਮਾਈਨਸ XPY ਮੁਆਫ ਕਰਨਾ XPZ ਹੈ। ਪ੍ਰਾਪਰਟੀਜ਼ ਦੀ ਵਰਤੋਂ ਕਰੋ। ਕਮਿਊਟੇਟਿਵ ਪ੍ਰਾਪਰਟੀਜ਼। ਇੱਥੇ ਮੇਰੇ ਲਈ ਇਸ ਤੇ ਕੰਮ ਕਰੋ ਅਤੇ ਮੈਨੂੰ ਦੱਸੋ ਤੁਸੀਂ ਕੀ ਪ੍ਰਾਪਤ ਕਰਦੇ ਹੋ। ਜਾਂਚ ਕਰੋ ਕਿ ਕੀ ਤੁਸੀਂ ਇਹ ਪ੍ਰਾਪਤ ਕੀਤਾ ਹੈ। ਕਿਰਪਾ ਕਰਕੇ ਇਸ ਦੀ ਜਾਂਚ ਕਰੋ। ਇਹ ਕਦਮ ਨਹੀਂ ਕੀਤੇ ਗਏ, ਪਰ ਕਿਰਪਾ ਕਰਕੇ ਉਸ ਦੀ ਵਰਤੋਂ ਕਰੋ ਜਿਸ ਦੀ ਤੁਸੀਂ ਵਰਤੋਂ ਕਰਨੀ ਹੈ। ਤੁਹਾਨੂੰ RIPJ ਜੋ IH ਕ੍ਰਾਸ ਡੈਲਟਾ IJ ਹੈ ਦੀ ਵਰਤੋਂ ਕਰਨੀ ਪਵੇਗੀ। ਇਸ ਦੀ ਵਰਤੋਂ ਕਰੋ ਅਤੇ ਇਹ ਸਾਬਤ ਕਰੋ ਕਿ LX LY IH ਕ੍ਰਾਸ LZ ਦੇ ਬਰਾਬਰ ਹੈ। ਕਿਰਪਾ ਕਰਕੇ ਇਸ ਅਭਿਆਸ ਨੂੰ ਤੁਹਾਡੇ ਲਈ ਸਾਬਤ ਕਰੋ ਅਤੇ ਇੱਕ ਵਾਰ ਜਦੋਂ ਤੁਸੀਂ ਇਹ ਸਾਬਤ ਕਰ ਦਿੰਦੇ ਹੋ ਤਾਂ ਅਸੀਂ LX ਅਤੇ LY ਅਨੁਕੂਲ ਹੈ ਜਾਂ ਅਨੁਕੂਲ ਨਹੀਂ ਅਸੰਗਤ ਨਿਰੀਖਣਯੋਗਾਂ ਬਾਰੇ ਦੱਸ ਸਕਦੇ ਹਾਂ। ਇਸ ਲਈ ਜੇਕਰ ਤੁਸੀਂ LX ਦਾ ਮਾਪ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਫਿਰ Y ਅਤੇ ਦੁਬਾਰਾ LX ਦਾ ਮਾਪ ਕਰਦੇ ਹੋ ਤਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ LX ਮਾਪ ਕੀ ਹੁੰਦਾ ਹੈ। ਸਟਰਨ ਗਰਲਾਕ ਨੇ ਇੰਟ੍ਰਿੰਸਿਕ ਸਪਲਿਟ ਦਾ ਪ੍ਰਯੋਗ ਕਰਦੇ ਹੋਏ ਦਿਖਾਇਆ ਜੋ ਦੋ ਬੀਮ ਨਾਲ ਵਾਪਰਿਆ ਹੈ ਕਿ ਭਾਵੇਂ ਐਂਗੂਲਰ ਮੋਮੈਂਟਮ ਸਿਫਰ ਹੈ ਉਹਨਾਂ ਕੋਲ ਕੁਝ ਇੰਟ੍ਰਿੰਸਿਕ ਕੁਆਂਟਮ ਨੰਬਰ ਹਨ ਜੋ ਸਪਿਨ ਕੁਆਂਟਮ ਨੰਬਰ ਹਨ। ਉਹ ਵੀ ਉਸੇ ਪ੍ਰਾਪਰਟੀ ਨੂੰ ਸੰਤੁਸ਼ਟ ਕਰਦੇ ਹਨ ਜੋ ਉਹਨਾਂ ਨੇ ਕਿਹਾ ਸੀ। ਇਸ ਲਈ ਉਹ ਅਸੰਗਤ ਆਪਰੇਟਰ ਹਨ ਜੋ ਸਿਸਟਮ ਨੂੰ ਵਧੇਰੇ ਦਿਲਚਸਪ ਬਣਾਉਂਦੇ ਹਨ। ਤੁਸੀਂ ਇੱਕ ਮਾਪ ਕਰਦੇ ਹੋ। ਇੱਕ ਵਾਰ ਜਦੋਂ ਤੁਸੀਂ ਵਾਪਸ ਆਉਂਦੇ ਹੋ ਅਤੇ ਮਾਪ ਨੂੰ ਦੁਹਰਾਉਂਦੇ ਹੋ ਤੁਸੀਂ ਇੱਕ ਨਵਾਂ ਨਤੀਜਾ ਪ੍ਰਾਪਤ ਕਰੋਗੇ ਕਿਉਂਕਿ ਨਿਰੀਖਣਯੋਗਾਂ ਦਾ ਅਸੰਗਤ ਸਮੂਹ ਹੈ। ਸਿਸਟਮ ਵਿੱਚ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਵਾਪਰਦੀਆਂ ਹਨ। ਕਲਾਸੀਕਲ ਰੂਪ ਨਾਲ ਕਲਾਸੀਕਲ ਮਕੈਨਿਕਸ ਅਸੀਂ ਇਸ ਤਰ੍ਹਾਂ ਸੋਚਾਂਗੇ ਪਰ ਹੁਣ ਤੁਸੀਂ ਜਾਣਦੇ ਹੋ ਅਸੰਗਤ ਨਿਰੀਖਣਯੋਗ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕੁਝ ਹੋਰ ਚੀਜ਼ਾਂ ਜੇਕਰ ਇਹ ਇੱਕ ਫਾਈਨਾਈਟ ਡਾਇਮੈਂਸ਼ਨਲ ਵੈਕਟਰ ਸਪੇਸ ਤੇ ਕੰਮ ਕਰਨ ਜਾ ਰਿਹਾ ਹੈ ਤਾਂ LX LY ਦਾ ਟਰੇਸ ਉਹੀ ਹੋਣਾ ਚਾਹੀਦਾ ਹੈ ਜੋ LY LX ਦੇ ਟਰੇਸ ਦਾ ਹੈ ਜਿਸ ਦਾ ਮਤਲਬ ਹੈ ਕਿ ਫਾਈਨਾਈਟ ਡਾਇਮੈਂਸ਼ਨਲ ਲੀਨੀਅਰ ਵੈਕਟਰ ਸਪੇਸ ਲਈ LZ ਦਾ ਟਰੇਸ 0 ਹੋਣਾ ਚਾਹੀਦਾ ਹੈ। ਇਸ ਲਈ ਮੈਟ੍ਰਿਕਸ ਪ੍ਰਤੀਨਿਧਤਾ ਜਦੋਂ ਮੈਂ LX LY LZ ਲਈ ਲਿਖਦਾ ਹਾਂ ਇਸ ਲਈ ਇਹ ਨਿਯਮ ਵੀ ਹੈ। ਤੁਸੀਂ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ LZ ਨਾਲ LY ਦਾ ਇੱਕ ਕਮਿਊਟੇਟਰ ਕੀ ਹੈ ਜਿਸ ਦੀ ਤੁਸੀਂ ਉਮੀਦ ਕਰਦੇ ਹੋ। ਇਹ ਸਿਰਫ X Y Z ਰੋਟੇਸ਼ਨ ਹੈ। ਇਸ ਲਈ ਇਹ IH ਕ੍ਰਾਸ
L x ਹੋਣ ਜਾ ਰਿਹਾ ਹੈ। ਇਸ ਲਈ ਇਹ ਉਹੀ ਦਲੀਲ ਹੈ ਜੋ ਤੁਸੀਂ ਦਿਖਾ ਸਕਦੇ ਹੋ ਕਿ L x ਦਾ ਟਰੇਸ L y ਦਾ ਟਰੇਸ 0 ਹੋਣ ਲਈ 0 ਹੋਣਾ ਚਾਹੀਦਾ ਹੈ। ਇੱਥੇ ਕੀ ਹੁੰਦਾ ਹੈ? ਉਸੇ ਟੋਕਨ ਦੁਆਰਾ ਖੱਬੇ ਪਾਸੇ ਦਾ ਇੱਕ ਆਈਡੈਂਟਿਟੀ ਆਪਰੇਟਰ ਟਰੇਸ ਹੁੰਦਾ ਹੈ। ਜੇਕਰ ਤੁਸੀਂ ਕਰਦੇ ਹੋ ਤਾਂ ਇਹ ਸੱਜੇ ਪਾਸੇ 0 ਆਈਡੈਂਟਿਟੀ ਦਾ ਟਰੇਸ ਹੈ, ਇਹ 0 ਹੋ ਸਕਦਾ ਹੈ। ਤਦ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਇਨਫਾਈਨਾਈਟ ਡਾਇਮੈਂਸ਼ਨਲ ਹਿਲਬਰਟ ਸਪੈਸ਼ ਲਈ ਮੈਟ੍ਰਿਕਸ ਪ੍ਰਤੀਨਿਧਤਾ ਨਹੀਂ ਦੇ ਸਕਦੇ। ਮੈਟ੍ਰਿਕਸ ਪੇਸ਼ਕਾਰੀ ਸਿਰਫ ਇਹ ਫਾਈਨਾਈਟ ਡਾਇਮੈਂਸ਼ਨਲ ਹਿਲਬਰਟ ਸਪੈਸ਼ ਲਈ ਸੰਭਵ ਹਨ। ਇਹੀ ਕਾਰਨ ਹੈ ਇਸ ਇਕੁਏਸ਼ਨ ਨੂੰ ਇੱਕ ਇਨਫਾਈਨਾਈਟ ਡਾਇਮੈਂਸ਼ਨਲ ਹਿਲਬਰਟ ਸਪੈਸ਼ ਵਿੱਚ ਇਜਾਜ਼ਤ ਦਿੱਤੀ ਜਾਂਦੀ ਹੈ, ਅਤੇ ਜੇਕਰ ਦਾਅਵਾ ਕਰੋ ਕਿ ਇਹ ਫਾਈਨਾਈਟ ਡਾਇਮੈਂਸ਼ਨਲ ਵਿੱਚ ਸਹੀ ਹੈ ਤਾਂ ਇਹਨਾਂ ਦੇ ਇਹ ਟਰੇਸ 0 ਹੋਣੇ ਚਾਹੀਦੇ ਹਨ। ਇਸ ਲਈ ਇਹ ਸਾਰੀਆਂ ਪ੍ਰਾਪਰਟੀਜ਼ ਸਟਰਨ ਗਰਲਾਕ ਪ੍ਰਯੋਗ ਵਿੱਚ ਸਪਿਨ ਆਪਰੇਟਰ ਦੁਆਰਾ ਸੰਤੁਸ਼ਟ ਹੋ ਜਾਣਗੀਆਂ ਕਿ ਉਹ ਇਹਨਾਂ ਮੈਟਰਿਸਿਜ਼ ਨੂੰ ਟਰੇਸ ਰਹਿਤ ਕਰ ਦੇਣਗੇ ਜੋ ਸਾਨੂੰ ਮਿਲਣਗੇ ਉਹ ਟਰੇਸ ਰਹਿਤ ਹੋਣਗੇ। ਇਸ ਲਈ ਇਹ ਬਹੁਤ ਇਕਸਾਰ ਹੈ। ਮੈਂ ਇੱਥੇ ਰੁਕਦਾ ਹਾਂ।